ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਦੀਪ ਸਿੰਘ ਅੱਜ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬੀ ਨੇ ਇੱਕ ਇਨੀਸ਼ੀਏਟਿਵ ਲਿਆ ਹੈ। ਇਹਨਾਂ ਦੇ ਚੇਅਰਮੈਨ ਨੇ ਡਾਕਟਰ ਮਰਵਾ ਕਿ ਪੰਜਾਬ ਦੇ ਵਿੱਚ ਜਿਹੜੇ ਨਹਿਰਾਂ ਨੇ ਜਾਂ ਪੌਂਡਸ ਨੇ ਇਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਇਹਨੂੰ ਟਰੀਟ ਕਰਨਾ ਹੈ। ਜਿਹੜਾ ਸੀਵੇਜ ਇਹਨਾਂ ਦੇ ਵਿੱਚ ਪੈ ਰਿਹਾ ਉਹਦੀ ਟਰੀਟਮੈਂਟ ਵਾਸਤੇ ਇੱਕ ਪ੍ਰੋਜੈਕਟ ਲਿਆਂਦਾ ਗਿਆ ਤੇ ਇਹ ਪ੍ਰੋਜੈਕਟ ਖਾਸ ਤੌਰ ਤੇ ਸਾਡੇ ਨਾਲ ਨੇ ਸਰਦਾਰ ਜਗਜੀਤ ਸਿੰਘ ਐਂਟਰਪ੍ਰੈਨਿਓਰ ਵੀ ਨੇ ਤੇ ਇਹ ਨੈਨੋ ਬਬਲ ਟੈਕਨੋਲੋਜੀ ਲੈ ਕੇ ਆਏ ਨੇ ਇੰਡੀਆ ਦੇ ਵਿੱਚ, ਜਿਸ ਰਾਹੀਂ ਇਹਨਾਂ ਨਹਿਰਾਂ ਨੂੰ ਕਲੀਨ ਕੀਤਾ ਜਾ ਰਿਹਾ। ਇੱਕ ਨਵਾਂ ਪ੍ਰੋਜੈਕਟ ਇਹ ਜਿੱਥੋਂ ਇਹ ਸੀਵਰੇਜ ਪਿੰਡਾਂ ਦਾ ਗਿਰਦਾ ਹੈ, ਹੋਲੀ ਬੇ ਦੇ ਵਿੱਚ ਗਿਰ ਰਿਹਾ, ਉੱਥੇ ਜਿਹੜੀ ਜਗ੍ਹਾ ਹੈ ਉੱਥੇ ਇਹਨਾਂ ਨੇ ਇੱਕ ਪ੍ਰੋਜੈਕਟ ਲਾਇਆ। ਇਹਨਾਂ ਨੇ ਇੱਕ ਮਸ਼ੀਨ ਲਾਈ ਹੈ ਜਿੱਥੇ ਪੰਜਾਬ ਸਰਕਾਰ ਨੇ 6.5 ਕਰੋੜ ਰੁਪਏ ਦਾ STP ਪਲਾਨ ਕੀਤਾ ਹੋਇਆ ਸੀ। ਸਾਨੂੰ ਇਹਦੇ ਬਾਰੇ ਦੱਸੋ ਜਗਜੀਤ ਜੀ ਵੀ ਇਹ ਨੈਨੋ ਬਬਲ ਟੈਕਨੋਲੋਜੀ ਕੀ ਹੈ ਤੇ ਇਹ ਕੀ ਜਿਹੜਾ ਇਹ ਇਨੀਸ਼ੀਏਟਿਵ ਹੈ ਸਾਰਾ ਤੁਸੀਂ ਹੁਣ ਮਸ਼ੀਨ ਲਾਈ ਹੈ, ਚੇਅਰਮੈਨ ਨੇ ਉਹਨੂੰ ਇਨੋਗਰੇਟ ਵੀ ਕੀਤਾ ਪਿਛਲੇ ਦਿਨੀ, ਇਹ ਕਿੱਥੇ ਲੱਗੀ ਹੈ ਐਗਜ਼ੈਕਟਲੀ ਤੇ ਇਹਦਾ ਕੀ ਰਿਜ਼ਲਟਸ ਤੁਹਾਡੇ ਕੋਲ ਹੈਗੇ ਨੇ ਪਹਿਲਾਂ ਦੇ ਜਾਂ ਇਹਦਾ ਕੀ ਹੈ ਇਹਦੇ ਬਾਰੇ ਸਾਨੂੰ ਦੱਸੋ। First of all, I'm very happy that PPCB is being led by Professor Marwa, and who is such an enthusiast in introducing new machines, new technologies. और ਸਾਡੀਆਂ ਮਸ਼ੀਨਾਂ ਪਿਛਲੇ 2-3 ਮਹੀਨਿਆਂ ਤੋਂ ਪੰਜਾਬ ਗਵਰਨਮੈਂਟ ਦੇ ਡਿਫਰੈਂਟ ਡਿਪਾਰਟਮੈਂਟਸ ਟੈਸਟ ਕਰ ਰਹੇ ਸੀ ਔਰ ਹਲੇ ਵੀ ਚੱਲ ਰਿਹਾ, ਜਿਹਦੇ 'ਚੋਂ ਪਹਿਲੇ ਪੰਜਾਬ ਪੋਲਿਊਸ਼ਨ ਕੰਟਰੋਲ, ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਬੋਰਡ, ਉਹਨਾਂ ਨੇ ਸਾਡੀ ਟੈਸਟ ਕੀਤੀ ਚਤਾਮਲੀ ਵਿੱਚ। ਫਿਰ ਪੰਜਾਬ ਵਾਟਰ ਸਪਲਾਈ ਐਂਡ ਸੀਵੇਜ ਬੋਰਡ, ਇਹਨਾਂ ਨੇ ਹਾਲੇ ਪਿੱਛੇ ਸਾਡੀ ਮਸ਼ੀਨ ਟੈਸਟ ਹੋ ਰਹੀ ਹੈ। ਸੋ what is this nanobubble technology all about? For cleaning water, any water body, ਸਾਨੂੰ ਚਾਹੀਦਾ ਹੁੰਦਾ ਏਰੀਏਸ਼ਨ ਸਿਸਟਮ, ਔਰ ਉਸ ਏਰੀਏਸ਼ਨ ਦੇ ਕਈ ਫਾਰਮੈਟਸ ਦੁਨੀਆ ਵਿੱਚ ਸੀਗੇ, ਜਿਹਦੇ ਵਿੱਚ ਅਸੀਂ ਪਹਿਲੇ ਬਬਲ ਜਨਰੇਟ ਕਰਦੇ ਹਾਂ, ਫਿਰ ਆਏ ਸੀਗੇ ਮੈਕਰੋ ਬਬਲਸ, ਦੈਨ ਮਾਈਕਰੋ ਬਬਲਸ, ਔਰ ਹੁਣ ਆਏ ਨੇ ਨੈਨੋ ਬਬਲਸ। ਇਹਨਾਂ ਨੇ ਇੱਕ ਰਿਵੋਲੂਸ਼ਨ ਜਨਰੇਟ ਕੀਤਾ ਪਿਛਲੇ 5 ਸਾਲਾਂ ਤੋਂ, ਖਾਸ ਕਰ ਇਹਦੇ ਉੱਤੇ ਕਾਫੀ ਕੰਮ ਹੋਇਆ ਹੈ। ਜਾਪਾਨ ਨੇ ਐਕਸਟੈਂਸਿਵਲੀ ਆਪਣੇ ਜਿਹੜੇ ਟ੍ਰੈਡੀਸ਼ਨਲ ਸੀਵੇਜ ਟ੍ਰੀਟਮੈਂਟ ਪਲਾਂਟ ਸੀਗੇ ਉਹਨਾਂ ਨੂੰ ਰਿਪਲੇਸ ਕਰਕੇ ਦੇ ਆਰ ਕਨਵਰਟਿੰਗ ਦੈਮ ਇਨਟੂ ਨੈਨੋ ਬਬਲ ਟੈਕਨੋਲੋਜੀ। ਔਰ ਉਸ ਤੋਂ ਐਂਥੂਜ਼ੀਆਸਟ ਹੋ ਕੇ ਉਹਨਾਂ ਨੂੰ ਸਾਰੀ ਰਿਸਰਚ ਨੂੰ ਸਟੱਡੀ ਕਰਕੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਹਿੰਦੁਸਤਾਨ ਵਿੱਚ ਇਹ ਟੈਕਨੋਲੋਜੀ ਲੈ ਕੇ ਆਈਏ। ਇਹ ਦੁਨੀਆ ਦੀ ਸਾਰਿਆਂ ਨਾਲੋਂ ਜ਼ਿਆਦਾ ਇਫੈਕਟਿਵ ਐਂਡ ਕੋਸਟ ਇਫੈਕਟਿਵ ਟੈਕਨੋਲੋਜੀ ਹੈ, ਜਿਹਦੇ ਕਿ ਮਲਟੀ ਡਾਇਮੈਂਸ਼ਨਲ ਇੰਪੈਕਟਸ ਹੈਗੇ ਨੇ। ਇਹ ਖਾਲੀ ਸੀਵੇਜ ਕਲੀਨ ਨਹੀਂ ਕਰੇਗੀ, ਖਾਲੀ ਪਾਣੀ ਨੂੰ ਸਾਫ਼ ਨਹੀਂ ਕਰੇਗੀ, ਬਲਕਿ ਉਹ ਪਾਣੀ ਜਦ ਐਗਰੀਕਲਚਰ ਵਿੱਚ ਯੂਜ਼ ਹੋਏਗਾ ਅਤੇ ਉਹ ਆਕਸੀਜਨ ਐਨਰਿਚਡ ਹੋਏਗਾ, ਜਿਹੜਾ ਉੱਥੇ ਦੀ ਸੋਇਲ ਨੂੰ, ਉੱਥੇ ਦੀ ਪੈਦਾਵਾਰ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਇਹਦਾ ਫਾਇਦਾ ਮਿਲੇਗਾ। ਇਹ ਜਿਹੜਾ ਨੈਨੋ ਹੈ, ਨੈਨੋ ਵਰਡ ਦਾ ਮਤਲਬ ਹੀ ਆਪਣੇ ਆਪ ਦੇ ਵਿੱਚ ਹੈ ਕਿ ਬਹੁਤ ਜ਼ਿਆਦਾ ਸੂਖਮ, ਤੇ ਇਹ ਇਹਦਾ ਕੀ ਹੈਗਾ ਨੈਨੋ? ਵਾਟ ਇਜ਼ ਨੈਨੋ? ਮਤਲਬ ਕਿੰਨਾ ਸਾਈਜ਼ ਹੋਏਗਾ ਇਹਦਾ? ਜਿਹੜਾ ਅਗਰ ਮੈਂ ਇੱਕ ਲੇਮੈਨ ਦੇ ਸਮਝਾਓ, ਇੱਕ ਲੇਮੈਨ ਦੀ ਲੈਂਗੁਏਜ ਮੈਂ ਸਮਝਾਵਾਂ ਤੁਹਾਨੂੰ, ਤੇ ਅਸੀਂ ਅਗਰ ਆਪਣੇ ਜਿਹੜੇ ਸਾਡੇ ਬਾਲ ਹੈਗੇ ਹੈ ਨਾ, ਹੇਅਰ, ਉਹਦੀ ਜਿਹੜੀ ਥਿਕਨੈਸ ਹੈ ਉਹਨੂੰ ਅਗਰ 80,000 ਨਾਲ ਡਿਵਾਈਡ ਕਰੀਏ then we get 1 nano size. And when we convert a water up to nano level where we are mixing oxygen also, that is pure energy. So ਜਦ ਇਹੋ ਜਿਹੀ ਐਨਰਜੀ ਅਸੀਂ ਰਿਲੀਜ਼ ਕਰਦੇ ਹਾਂ ਵਾਟਰ ਬੋਡੀ ਦੇ ਅੰਦਰ, ਸਾਡੇ ਕੋਲ 2 ਮਸ਼ੀਨਾਂ ਨੇ। ਇੱਕ ਮਸ਼ੀਨ ਵਿੱਚ ਅਸੀਂ 5 ਕਿਊਬਿਕ ਮੀਟਰ ਪਰ ਆਵਰ, ਜਿਹਦੇ ਵਿੱਚ ਅਸੀਂ 10 ਲੀਟਰ ਪਰ ਮਿੰਟ ਦੇ ਫਲੋ ਨਾਲ ਅਸੀਂ ਆਕਸੀਜਨ ਮਿਕਸ ਕਰਦੇ ਹਾਂ। ਸੋ ਉਹ ਮਸ਼ੀਨ 5 ਕਿਊਬਿਕ ਮੀਟਰ ਵਾਟਰ ਔਰ 10 ਲੀਟਰ ਪਰ ਮਿੰਟ ਆਕਸੀਜਨ ਦੇ ਮਿਕਸਚਰ ਨੂੰ ਨੈਨੋ ਬਬਲਸ ਵਿੱਚ ਕਨਵਰਟ ਕਰਦੀ ਹੈ। ਅਸੀਂ 1 ਘੰਟੇ ਵਿੱਚ ਟ੍ਰਿਲੀਅਨਸ ਆਫ ਨੈਨੋ ਬਬਲਸ ਰਿਲੀਜ਼ ਕਰਦੇ ਹਾਂ। ਸੋ ਦ ਪ੍ਰੋਸੈਸ ਇਜ਼, ਅਸੀਂ ਸੇਮ ਵਾਟਰ ਬਾਡੀ ਜਿਹੜੀ ਟਰੀਟ ਕਰਨੀ ਹੁੰਦੀ ਹੈ, ਅਸੀਂ ਉੱਥੋਂ ਸਬਮਰਸੀਬਲ ਪੰਪ ਦੇ ਦੁਆਰਾ ਸਾਡਾ ਉਹ ਪਾਣੀ ਮਸ਼ੀਨ ਦੇ ਵਿੱਚ ਆਉਂਦਾ ਹੈ, ਔਰ ਬਿਫੋਰ ਇਟ ਐਂਟਰਸ ਇਟ ਓਵਰ ਮਸ਼ੀਨ ਅਸੀਂ ਉਹਦੇ 'ਚ ਆਕਸੀਜਨ ਮਿਕਸ ਕਰਦੇ ਹਾਂ, ਔਰ ਫਿਰ ਮਸ਼ੀਨ ਵਿੱਚ ਇੱਕ ਪ੍ਰੋਸੈਸ ਹੋ ਕੇ ਉਹ ਨੈਨੋ ਬਬਲ ਵਿੱਚ ਕਨਵਰਟ ਹੋ ਕੇ ਉਹੀ ਸਾਰਾ ਪਾਣੀ ਨੈਨੋ ਬਬਲ ਫਾਰਮ ਵਿੱਚ ਦੁਬਾਰਾ ਉਸੇ ਵਾਟਰ ਬਾਡੀ ਨੂੰ ਰਿਲੀਜ਼ ਕਰ ਦਿੰਦੇ ਹਾਂ। ਉਹ ਨੈਨੋ ਬਬਲਸ ਫਿਰ
ਜਿੱਥੇ ਜਿੱਥੇ ਵੀ ਕੰਟੈਮੀਨੇਸ਼ਨ ਹੈਗੀ ਹੈ, since it is pure energy, it covers the whole spectrum of water body from bottom to top. और फिर then it creates three things. ਉਹ ਇੱਕ burst energy create ਹੁੰਦੀ ਹੈ, एक free radicals भी होंगे ने, oxygen free radicals which are positive in terms of impact, and then third it oxygenates. So ਇਹਨਾਂ ਤਿੰਨਾਂ ਦਾ ਇਮਪੈਕਟ ਹੈ ਕਿ ਅਸੀਂ ਕਾਫੀ ਵੱਡੇ ਜਿਹੜੇ ਐਕਸਪੈਰੀਮੈਂਟ ਆਲਰੇਡੀ ਕਰ ਚੁੱਕੇ ਹਾਂ। ਚਤਾਮਲੇ ਵਿੱਚ 0.2 mld ਪਰ ਡੇ ਦਾ ਜਿਹੜਾ ਸੀਵੇਜ ਟ੍ਰੀਟਮੈਂਟ ਪਲਾਂਟ ਸੀਗਾ, ਉਹਦੇ ਵਿੱਚ ਅਸੀਂ ਰॉ ਸੀਵੇਜ ਟ੍ਰੀਟ ਕੀਤਾ। ਫॉर द फर्स्ट टाइम एनीवेयर इन द वर्ल्ड दिस वाज डन। ਔਰ ਅਸੀਂ ਜਿਹੜਾ BOD ਲੈਵਲ ਇਨਕਮਿੰਗ ਦਾ 200 ਤੋਂ ਉੱਤੇ ਦਾ ਸੀ, 218 ppm, ਉਹਨੂੰ ਵਿਦਿਨ ਅ ਮੰਥ ਅਸੀਂ ਵੀ ਬ੍ਰੌਟ ਇਟ ਡਾਊਨ ਟੂ 12। ਮਤਲਬ ਇਹ ਪਰਮਿਸਿਬਲ ਲਿਮਿਟਸ ਆ ਗਿਆ। ਇਹ ਉਹਨੇ PPCB ਔਰ CPCB ਦੇ ਜਿਹੜੇ ਨੋਰਮਸ ਹੈਗੇ ਨੇ, ਉਹ ਦੇ ਵਾਂਟ 30 ਬਿਲੋ 30, ਸੋ ਇਟ ਕੇਮ ਡਾਊਨ ਟੂ 12। ਅਸੀਂ ਆਪਣੀ ਮਸ਼ੀਨ ਉੱਥੋਂ ਵਿਡਰਾ ਕਰ ਲਈ। ਉਸ 'ਤੇ 1 ਮਹੀਨੇ ਬਾਅਦ ਵੀ ਡਿਪਾਰਟਮੈਂਟ ਨੇ ਚੈੱਕ ਕੀਤਾ। ਦਿਸ ਵਾਸ ਡਨ ਬਾਈ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ। ਉਹਨਾਂ ਨੇ ਜਦ ਦੁਬਾਰਾ ਚੈੱਕ ਕੀਤਾ ਤੇ ਬਿਨਾਂ ਮੇਰੀ ਮਸ਼ੀਨ ਦੇ 1 ਮਹੀਨੇ ਬਾਅਦ ਵੀ ਇਟ ਵਾਸ 30, ਸੋ 30-32 ਦੇ ਆਸ-ਪਾਸ ਸੀਗਾ। ਸੋ ਵਿਚ ਮੀਨਸ that this, without my machine also, those nano bubbles which we left were treating that water body and maintaining a certain level of treatment there. ਉੱਥੋਂ encourage ਹੋ ਕੇ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੀਵੇਜ ਬੋਰਡ, ਉਹਨਾਂ ਨੇ ਸਾਨੂੰ ਹੋਸ ਤੋਂ ਵੱਡਾ ਇੱਕ ਟਾਰਗੇਟ ਦਿੱਤਾ ਜਿਹੜਾ 3 mld ਪਰ ਡੇ ਦਾ ਹੈਗਾ ਭਿੱਖੀ 'ਚ। ਉੱਥੇ ਸਾਡੀ ਮਸ਼ੀਨ ਚੱਲ ਰਹੀ ਹੈ। ਅਸੀਂ ਜਿਹੜਾ ਫਾਈਨਲ ਡਿਸਚਾਰਜ ਹੈ ਉੱਥੇ ਉਹਦੇ ਵਿੱਚ ਆਲਰੇਡੀ 15-16 ਦੇ ਨੇੜੇ ਤੇੜੇ ਅਸੀਂ PPM ਲੈ ਆਏ ਹਾਂ। ਲੇਕਿਨ ਉਹਨਾਂ ਦਾ ਟਾਰਗੇਟ ਹੈ ਜਿਹੜਾ ਪਹਿਲਾ ਰॉ ਸੀਵੇਜ ਵਾਲਾ ਟੈਂਕ ਹੈ, ਉਹਦੇ ਵਿੱਚ ਹੀ ਅਸੀਂ ਅਗਰ 30 ਤੋਂ ਥੱਲੇ ਲੈ ਆਈਏ, ਦੈਟ ਇਜ਼ ਵਾਟ ਦੇ ਆਰ ਐਕਸਪੈਕਟਿੰਗ ਇਟ ਟੂ ਹੈਪਨ। ਮੇਰਾ ਖਿਆਲ ਹੈ ਅਗਲੇ ਹਫਤੇ 10 ਦਿਨਾਂ 'ਚ ਉੱਥੇ ਵੀ ਰਿਜ਼ਲਟ ਆ ਜਾਣਗੇ। ਇਹਨਾਂ ਦੋਨਾਂ ਦੇ ਰਿਜ਼ਲਟ ਦੇਖ ਕੇ PPCB ਨੇ ਇਹ ਡਿਸਾਈਡ ਕੀਤਾ ਕਿ ਪੁਲਾਨਾ ਡਰੇਨ ਕਪੂਰਥਲੇ ਜਿਹੜੀ ਜਿਹਦਾ ਪੂਰਾ ਡਿਸਚਾਰਜ ਉਹਦੇ ਵਿੱਚ ਹੈਗਾ 27 ਵਿਲੇजेस ਦਾ ਸੀਵੇਜ ਡਿਸਚਾਰਜ, ਜਿਹੜਾ ਕਿ ਅਨਟ੍ਰੀਟਡ ਹੋਲੀ ਬੇਈ ਵਿੱਚ ਜਾ ਰਿਹਾ ਸੀਗਾ। ਉਹੀ ਜਿਹੜੀ ਸੰਤ ਸੀਚੇਵਾਲ ਨੇ ਕਾਫੀ ਸਮਾਂ ਤੱਕ ਸਫਾਈ ਕਰਾਉਂਦੇ ਰਹੇ ਨੇ। ਹਾਂਜੀ। ਸੋ ਉਹਦੇ ਵਿੱਚ ਉਹਨਾਂ ਨੇ ਫਿਰ ਸਾਡੀ ਮਸ਼ੀਨ ਨੂੰ ਉੱਥੇ ਇੰਸਟਾਲ ਕੀਤਾ ਹੈ। ਮੈਨੂੰ ਪੂਰੀ ਉਮੀਦ ਹੈ ਦਿਸ ਇਜ਼ ਹੈਪਨ ਸੈਟਰਡੇ, ਐਂਡ I think all credit goes to the chairman PPCB for taking this whole initiative. ਮੈਨੂੰ ਇਹ ਲੱਗਦਾ ਹੈ ਕਿ NGT ਦੀ ਜਿਹੜੀ ਡਾਇਰੈਕਸ਼ਨਸ ਨੇ, ਉਹਨਾਂ ਦਾ ਜਿਹੜਾ ਪ੍ਰੈਸ਼ਰ ਹੈ, ਉਹ ਵੀ ਇਹਦੇ ਵਿੱਚ ਬਹੁਤ ਵੱਡਾ ਇੱਕ ਕੰਟਰੀਬਿਊਟਰੀ ਫੈਕਟਰ ਹੈ। ਇਟ ਇਜ਼ ਜਸਟ ਕੋਇਨਸਾਈਡਿੰਗ ਕਿ ਅਸੀਂ ਇੱਕ ਟੈਕਨੋਲੋਜੀ ਲੈ ਕੇ ਆਏ ਜਿਹੜੀ ਕਿ NGT ਦੇ ਡਾਇਰੈਕਸ਼ਨਸ ਨੂੰ ਮੀਟ ਕਰਨ ਲਈ ਸੂਟੇਬਲ ਟਾਈਮ 'ਤੇ ਸਹੀ ਜਗ੍ਹਾ 'ਤੇ ਅਸੀਂ ਪਹੁੰਚੇ ਹਾਂ। ਮੈਨੂੰ ਉਮੀਦ ਹੈ ਕਿ ਜਿੱਥੇ ਉਸੇ ਜਗ੍ਹਾ 'ਤੇ ਜਿੱਥੇ ਅਸੀਂ ਮਸ਼ੀਨ ਲਗਾਈ ਹੈ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ STP 6 ਕਰੋੜ ਰੁਪਏ ਦੀ ਇਨਵੈਸਟਮੈਂਟ ਨਾਲ ਪਲਾਨ ਕੀਤਾ ਸੀਗਾ, ਔਰ ਸਾਡੀ ਮਸ਼ੀਨ ਖਾਲੀ 20-25 ਲੱਖ ਰੁਪਏ ਦੀ ਹੈ। ਦੋ ਕਾਫੀ ਕਾਸਟ ਇਫੈਕਟਿਵ ਹੋ ਗਈ ਨਾ ਮਾਡਲ ਹੈ। ਇੱਕ ਤੇ ਕੈਪੀਟਲ ਕਾਸਟ ਬਹੁਤ ਥੋੜੀ ਹੈ, ਔਰ ਇਹਦੀ ਰਨਿੰਗ ਕਾਸਟ ਵੀ ਬੜੀ ਘੱਟ ਹੈ। ਵੀ ਯੂਜ਼ ਓਨਲੀ 5 HP ਮੋਟਰ, ਦੈਟਸ ਆਲ। ਆਕਸੀਜਨ ਆਟੋਮੈਟਿਕਲੀ ਜਨਰੇਟ ਹੁੰਦੀ ਹੈ ਇਹਦੇ ਵਿੱਚ, ਆਕਸੀਜਨ ਜਨਰੇਟਰ ਲੱਗਿਆ ਹੋਇਆ। ਐਂਡ ਮੈਨੂੰ ਇਹ ਲੱਗਦਾ ਅਗਲੇ 15 ਦਿਨਾਂ ਵਿੱਚ ਜਿਹੜੇ ਇਹਦੇ ਰਿਜ਼ਲਟਸ ਆਉਣਗੇ, ਉਹਦੇ ਨਾਲ ਪੰਜਾਬ ਸਰਕਾਰ ਦੀ ਜਾਂ ਸਰਕਾਰੀ ਮਹਿਕਮਿਆਂ ਦੀ ਜਿਹੜੀ ਸੋਚ ਹੈ ਕਿ ਇਨ ਸੇਤੂ ਰੈਮੀਡੀਏਸ਼ਨ ਵਿੱਚ ਇੰਨੀ ਇਫੈਕਟਿਵ ਹੋ ਸਕਦੀ ਹੈ, ਇੱਕ ਬਹੁਤ ਵੱਡਾ ਸੋਲੂਸ਼ਨ ਹੈ। ਜਿਹੜਾ ਕਿ ਪਹਿਲੇ ਸਰਕਾਰ ਨੇ 6500 ਕਰੋੜ ਰੁਪਏ ਦਾ ਇੱਕ ਬਜਟ ਬਣਾਇਆ ਸੀਗਾ, ਇਹਦੀ ਸਫਲਤਾ ਨਾਲ ਉਹ ਬਜਟ ਘੱਟ ਕੇ ਖਾਲੀ 65 ਕਰੋੜ 'ਤੇ ਵੀ ਆ ਜਾਏ ਤਾਂ ਕੋਈ ਵੱਡੀ ਗੱਲ ਨਹੀਂ ਹੈ। ਮਤਲਬ ਇਹ NGT ਨੇ ਤਾਂ ਬੜੇ ਭਾਰੀ ਜੁਰਮਾਨੇ ਵੀ ਕੀਤੇ ਨੇ। ਜੁਰਮਾਨੇ ਕਿਹਾ ਕਿ ਮਤਲਬ ਜਿਹੜੇ ਪਿੰਡ ਹੈਗੇ ਨੇ, ਹਾਲੇ ਪਿੰਡ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਪਿੰਡਾਂ ਤੋਂ ਇਹ ਨਿਕਲ ਕੇ ਆ ਰਿਹਾ, ਇਸੇ ਕਰਕੇ ਉਹ ਜਿੱਥੋਂ ਮਤਲਬ ਆ ਰਿਹਾ ਉੱਥੇ ਹੀ ਪਲੱਗ ਇਨ ਕਰ, ਇਸੇ ਨੂੰ ਇਨਸੇਤੂ ਕਹਿੰਦੇ ਆਪਾਂ। ਇਨਸੇਤੂ ਕਹਿੰਦੇ ਆ ਕਿ ਜਿੱਥੇ ਹਾਲੇ ਕੋਈ STP ਨਹੀਂ ਲਗਾਇਆ ਔਰ ਉੱਥੇ ਬਿਨਾਂ STP ਦੇ ਉੱਥੇ ਜੋ ਵੀ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ, ਸੋ ਉਹਨੂੰ ਇਨ ਸੇਤੂ ਵਿਦਾਊਟ ਪੁਟਿੰਗ ਅ ਬਿਗ ਪਲਾਂਟ ਅਸੀਂ ਟ੍ਰੀਟ ਕਰ ਰਹੇ ਹਾਂ। ਮੈਨੂੰ ਇਹ ਲੱਗ ਰਿਹਾ ਹੈ ਕਿ ਇਹ 15 ਦਿਨਾਂ ਬਾਅਦ ਸਾਡੇ ਹੱਥ 'ਚ ਇੱਕ ਇਹੋ ਜਿਹਾ ਸੋਲੂਸ਼ਨ ਹੋਏਗਾ
ਕਿ ਸਾਨੂੰ ਇੰਨੇ ਵੱਡੇ ਵੱਡੇ STP ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੋਏਗੀ, ਉਹਨਾਂ ਦੀ ਰਨਿੰਗ ਕਾਸਟ ਵੀ ਬਹੁਤ ਜ਼ਿਆਦਾ ਹੈਗੀ ਹੈ, ਔਰ ਵੀ ਵਿਲ ਹੈਵ ਅ ਵੈਰੀ ਇਫੈਕਟਿਵ and cost effective solution in hand for treating such drain water which is going untreated into the water body. ਇਹਦਾ ਜਿਹੜਾ ਇੱਕ ਸੈਕੰਡ ਇੰਪਲੀਕੇਸ਼ਨ ਹੈ, ਜਿਵੇਂ ਇਹ ਪਾਣੀ ਸਾਫ਼ ਹੋ ਕੇ ਹੋਲੀ ਬੇ ਵਿੱਚ ਜਾਏਗਾ, ਉਹ ਅਲਟੀਮੇਟਲੀ ਐਗਰੀਕਲਚਰ ਵਿੱਚ ਬਥੇਰਾ ਯੂਜ਼ ਹੁੰਦਾ ਹੈ, ਔਰ ਜਦ ਨੈਨੋ ਬਬਲ ਵਾਟਰ ਐਗਰੀਕਲਚਰ ਦੇ ਵਿੱਚ ਯੂਜ਼ ਹੋਣਾ ਸ਼ੁਰੂ ਹੋਏਗਾ, ਇਹੀ ਪਾਣੀ ਆਕਸੀਜਨੇਟਿਡ ਵਾਟਰ, ਤੇ ਕਿਸਾਨਾਂ ਦੀ ਪੈਦਾਵਾਰ ਵੀ 20 ਤੋਂ 25% ਇਟਸ ਏ ਡਾਕੂਮੈਂਟਡ ਰਿਸਰਚ ਉਹ ਵੱਧ ਜਾਏਗੀ. So it's not only treating water, it is also giving new life to the agriculture sector. ਕਿਸਾਨਾਂ ਦੀ ਜਿਹੜੀ ਆਮਦਨੀ ਡਬਲ ਹੋਣੀ ਹੈ. ਜ਼ਮੀਨ ਹੇਠਲਾ ਪਾਣੀ ਵੀ ਇਹਦੇ ਨਾਲ ਜਿਹੜਾ ਹੈਗਾ ਜਿਹੜਾ ਬਹੁਤ, ਹਾਂਜੀ, ਕਿਉਂਕਿ ਪੰਜਾਬ ਵਿੱਚ ਤਾਂ ਕਈ ਬੈਲਟਾਂ ਦੇ ਵਿੱਚ ਤਾਂ ਕੈਂਸਰ ਔਰ ਹੋਰ ਬੜੀਆਂ ਖਤਰਨਾਕ ਬਿਮਾਰੀਆਂ ਇਹ ਸੀਵੇਜ ਦਾ ਪਾਣੀ ਜਾਂ ਇੰਡਸਟਰੀਅਲ ਜਿਹੜਾ ਐਫਲੂਐਂਟ ਪਾਣੀ ਦੇ ਵਿੱਚ ਸਿੱਟਿਆ ਜਾਂਦਾ ਕਈ ਥਾਵਾਂ 'ਤੇ, ਉਹਦੇ ਕਰਕੇ ਹੁੰਦਾ. ਤੁਸੀਂ ਇਹ ਰੂਰਲ ਲੈਵਲ 'ਤੇ ਤਾਂ ਤੁਸੀਂ ਹੁਣ ਕਰਤਾ, ਅਰਬਨਾਈਜ਼ਡ ਲੈਵਲ 'ਤੇ ਇਹ ਜਿਹੜੀਆਂ ਚੀਜ਼ਾਂ ਨੇ ਬੜੇ ਵੱਡੇ ਪੱਧਰ 'ਤੇ ਹੁੰਦੇ, ਸਕੇਲ ਬਹੁਤ ਵੱਧ ਜਾਂਦਾ. ਆਪਾਂ ਟਰਾਈ ਸਿਟੀ ਦੀ ਗੱਲ ਕਰੀਏ, ਆਪਾਂ ਕਿਤੇ ਦੀ ਵੀ, ਲੁਧਿਆਣੇ ਦੀ ਗੱਲ ਕਰੀਏ, ਜਲੰਧਰ ਦੀ ਗੱਲ ਕਰੀਏ, ਜਿਹੜੀਆਂ ਮੇਜਰ ਸਿਟੀਜ਼ ਨੇ ਪੰਜਾਬ ਦੀਆਂ, ਇੱਥੇ ਬੜੇ ਵੱਡੇ ਵੱਡੇ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਦੇ ਬਾਵਜੂਦ, ਮੋਹਾਲੀ ਦੀ ਆਪਾਂ ਗੱਲ ਕਰੀਏ ਤੇ 10 MGD ਦਾ ਪਲਾਂਟ ਲੱਗਿਆ ਹੋਇਆ, ਬਟ ਇਹਦੇ ਬਾਵਜੂਦ ਇਹ ਸਮੱਸਿਆ ਦਾ ਹੱਲ ਪਾਣੀ ਦੀ ਟ੍ਰੀਟਮੈਂਟ ਦਾ ਨਿਕਲ ਨਹੀਂ ਰਿਹਾ. ਕੀ ਤੁਹਾਡੀ ਮਸ਼ੀਨ ਇੱਥੇ ਵੀ ਐਪਲੀਕੇਬਲ ਸ਼ਹਿਰਾਂ ਵਿੱਚ ਵੀ ਅਰਬਨਾਈਜ਼ ਏਰੀਆ 'ਚ ਹੋ ਸਕਦੀ ਹੈ? ਸੋ ਫਿਲਹਾਲ ਮੇਰੇ ਕੋਲ 2 ਮਸ਼ੀਨਾਂ ਨੇ, ਇੱਕ 5 ਕਿਊਬਿਕ ਮੀਟਰ ਪਰ ਆਵਰ ਦੀ, ਇੱਕ ਹੈਗੀ 10 ਕਿਊਬਿਕ ਮੀਟਰ ਪਰ ਆਵਰ ਦੀ. ਲੇਕਿਨ ਜਿੱਥੋਂ ਅਸੀਂ ਇਹ ਮਸ਼ੀਨਾਂ ਡਿਜ਼ਾਈਨ ਕੀਤੀਆਂ ਨੇ ਉਹ ਅਮਰੀਕਨ ਫਰਮ ਹੈ, ਅਸੀਂ ਉੱਥੋਂ 240 ਕਿਊਬਿਕ ਮੀਟਰ ਪਰ ਆਵਰ, ਜੋ ਕਿ ਵੱਡੇ ਪਲਾਂਟਸ ਲਈ ਬਹੁਤ ਹੀ ਇਫੈਕਟਿਵ ਹੋਣਗੀਆਂ, ਉਹ ਵੀ ਬਹੁਤ ਹੀ ਜ਼ਿਆਦਾ ਕੋਸਟ ਇਫੈਕਟਿਵ ਤਰੀਕੇ ਨਾਲ, ਕਿਉਂਕਿ ਜਦ ਅਸੀਂ ਇੰਨੇ ਵੱਡੇ ਪਲਾਂਟ ਦੀ ਗੱਲ ਕਰਦੇ ਹਾਂ ਉਹਦੇ 'ਚ 100 ਕਰੋੜ 50 ਕਰੋੜ ਇਹੋ ਜਿਹੇ ਵੱਡੇ ਵੱਡੀ ਇਨਵੈਸਟਮੈਂਟ ਲੱਗਦੀਆਂ ਨੇ. ਬਿਲਕੁਲ, ਇੱਥੇ ਵੀ ਹੋਈਆਂ ਸੀਗੀਆਂ ਉਹ ਇਨਵੈਸਟਮੈਂਟ ਲੱਗਦੀਆਂ ਨੇ, ਜਦਕਿ ਉਹੀ ਪਲਾਂਟ ਅਸੀਂ 2 ਕਰੋੜ 2.5 ਕਰੋੜ ਰੁਪਏ ਵਿੱਚ ਵੀ ਆਪਾਂ ਲਗਾ ਸਕਦੇ ਹਾਂ. ਇਹਦੀ ਪੋਸੀਬਿਲਿਟੀ 100% ਹੈਗੀ ਹੈ. ਮੇਰਾ ਜਿਹੜਾ ਨੈਕਸਟ ਟਾਰਗੇਟ ਹੈ ਉਹ ਲੁਧਿਆਣੇ 3 STP ਲੱਗੇ ਹੋਏ ਨੇ, ਔਰ ਉੱਥੇ ਇੱਕ ਹੈਗਾ 157 MLD ਦਾ ਔਰ ਇੱਕ ਹੈਗਾ 120 MLD ਦਾ. ਉਹਨਾਂ ਦੋਨਾਂ ਪਲਾਂਟ ਵਿੱਚ ਜਿਹੜਾ ਪਾਣੀ ਇਸ ਵਕਤ ਡਿਸਚਾਰਜ ਹੋ ਰਿਹਾ ਹੈ, ਉਹ ਆਈ ਥਿੰਕ ਜਿਹੜਾ ਬੁੱਢਾ ਨਾਲੇ ਦੀ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਕਿ ਇਹਨਾਂ STPs ਤੋਂ ਜਿਹੜਾ ਪਾਣੀ ਜਾ ਰਿਹਾ ਉਹ ਬਲੈਕ ਵਾਟਰ ਹੈ, ਔਰ ਉਹਨੂੰ ਇਹ ਕਲੋਰੀਨੇਟ ਕਰਦੇ ਨੇ. ਉਹਦੇ ਵਿੱਚ ਸਾਡੀ ਮਸ਼ੀਨਾਂ ਦੀ, ਸਾਡੀ ਟ੍ਰੀਟਮੈਂਟ ਨਾਲ ਉਹਨਾਂ ਨੂੰ ਕਲੋਰੀਨੇਸ਼ਨ ਦੀ ਕੋਈ ਜ਼ਰੂਰਤ ਨਹੀਂ ਪਏਗੀ. ਦੁਨੀਆ ਵਿੱਚ ਇਹ ਗੱਲ ਇਸਟੈਬਲਿਸ਼ ਹੋ ਚੁੱਕੀ ਹੈ ਕਿ chlorine is causing cancer, it's cancerous or it is being banned. ਸਾਡੀ ਮਸ਼ੀਨ ਇੱਕ ਸੋਲੂਸ਼ਨ ਟੇਬਲ 'ਤੇ ਲਿਆਂਦੀ ਹੈ ਜਿਹਦੇ ਨਾਲ ਕਲੋਰੀਨੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੋਏਗੀ, ਔਰ ਇੰਨੇ ਵੱਡੇ ਵੱਡੇ ਪਲਾਂਟਸ 'ਤੇ ਜਿਹੜੇ 100 200 ਕਰੋੜ ਰੁਪਏ ਲੱਗਦੇ ਨੇ ਉਹਨਾਂ ਦੀ ਵੀ ਇੰਨੀ ਜ਼ਰੂਰਤ ਰਹੇਗੀ ਨਹੀਂ. ਜਾਪਾਨ ਵਿੱਚ ਰਿਵੋਲੂਸ਼ਨ ਆਲਰੇਡੀ ਚੱਲ ਰਿਹਾ, ਹਿੰਦੁਸਤਾਨ ਵਿੱਚ ਮੈਨੂੰ ਖੁਸ਼ੀ ਹੈ ਕਿ ਪੰਜਾਬ ਗਵਰਨਮੈਂਟ ਨੇ ਇਸ ਨੂੰ ਪ੍ਰੋਤਸਾਹਿਤ ਕਰਕੇ ਇਹਨੂੰ ਇਹਦੇ ਟੈਸਟ ਕਰਕੇ ਇਹਨਾਂ ਨੇ ਆਪਣੇ ਖਰਚੇ 'ਤੇ ਸਾਰੇ ਟੈਸਟ ਕੀਤੇ ਨੇ, ਔਰ ਡਿਪਾਰਟਮੈਂਟਸ ਨੇ ਇੰਨੀ ਆਪਣੀ ਐਂਥੂਜ਼ਿਆਜ਼ਮ ਦਿਖਾਇਆ ਇਹਨਾਂ ਨੂੰ ਟੈਸਟ ਕਰਨ ਦਾ. ਮੇਰੇ ਖਿਆਲ ਹੈ ਪੰਜਾਬ ਇਜ਼ ਦ ਫਸਟ ਸਟੇਟ ਇਨ ਇੰਡੀਆ ਵਿਚ ਇਜ਼ ਗੋਇੰਗ ਟੂ ਬੀ ਬੈਨੀਫਿਟਡ ਵਿਦ ਦਿਸ ਟੈਕਨੋਲੋਜੀ, ਬਿਕੋਜ਼ ਪੰਜਾਬ ਨੇ ਸਫ਼ਰ ਵੀ ਬਹੁਤ ਕੀਤਾ. ਪੰਜਾਬ ਦੇ ਵਿੱਚ, ਪੰਜਾਬ ਤੋਂ ਤਾਂ ਇੱਕ ਟ੍ਰੇਨ ਚੱਲਦੀ ਜਿਹਦਾ ਨਾਮ ਕੈਂਸਰ ਟ੍ਰੇਨ ਹੈ ਨਾ ਜੀ, ਕੈਂਸਰ ਐਕਸਪ੍ਰੈਸ ਬਣ ਗਈ. ਮਤਲਬ ਇੰਨੇ ਜ਼ਿਆਦਾ ਕੇਸਿਸ, ਔਰ ਸਭ ਨੂੰ ਪਤਾ ਹੈ ਕਿ ਪਾਣੀ ਕਰਕੇ ਹੋਇਆ ਇਹ. ਹੁਣ ਆਪਾਂ ਜੇ ਗੱਲ ਕਰਦੇ ਹਾਂ ਕਿ ਕੀ ਜਿਹੜੀ ਤੁਹਾਡੀ ਮਸ਼ੀਨ ਹੈ ਇਹ ਜਿੱਦਾਂ ਹੁਣ STPs ਨੇ, STPs ਤਾਂ ਇਸ ਸਮੇਂ ਏਕੜਸ ਆਫ ਲੈਂਡ, ਕਈ ਏਕੜ ਲੈਂਡ ਦੇ ਵਿੱਚ ਲੱਗੇ ਹੋਏ ਨੇ, ਤੇ ਉਹ ਪਾਣੀ ਟਰੀਟ ਕਰਕੇ ਉਹ ਜਿੱਦਾਂ ਹੁਣ ਮੋਹਾਲੀ ਵਾਲੇ ਆਪਾਂ ਗੱਲ ਕਰਦੇ ਹਾਂ, ਟਰਾਈ ਸਿਟੀ ਨਾਲ ਜਿਹੜਾ ਰਿਲੇਟਡ ਹੈ, ਜਿਹੜੇ ਇੱਕ ਨਾਲਾ ਆ ਰਿਹਾ ਉਹਦਾ ਪਾਣੀ ਇਹ ਟਰੀਟ ਕਰਕੇ ਸਿੱਧਾ ਹੀ ਅੱਗੇ ਨਾਲੇ ਵਿੱਚ ਸਿੱਟ ਰਹੇ ਨੇ. ਦੈਟ ਇਜ਼ ਨਾਟ ਬੀਇੰਗ ਯੂਜ਼ਡ. ਯੋਰ ਵਾਟਰ, ਉਹ ਵਾਟਰ ਜਿਹੜਾ ਅੱਗੇ ਜਾ ਰਿਹਾ ਉਹਦਾ ਵੀ ਕੋਈ ਟੈਸਟ ਨਹੀਂ ਹੈਗਾ, ਉਹਦਾ ਕੁਝ ਪਤਾ ਨਹੀਂ ਹੈਗਾ ਕਿ ਉਹ ਕਿਸ ਲੈਵਲ 'ਤੇ ਮਤਲਬ ਪਾਣੀ ਉਹ ਚੱਲ ਰਿਹਾ ਜਾਂ ਉਹਦਾ ਕੱਢ ਰਹੇ ਨੇ, ਜਿਹੜਾ ਤੁਸੀਂ BOD ਲੈਵਲ ਵਗੈਰਾ ਦੱਸਦੇ ਹੋ. ਮਤਲਬ ਕੀ ਤੁਹਾਡੀ ਜਿਹੜੀ ਮਸ਼ੀਨ ਹੈ ਕੀ ਪੋਰਟੇਬਲੀ ਵੀ ਯੂਜ਼ ਹੋ ਸਕਦੀ ਹੈ, ਔਰ ਜੇ ਵੱਡਾ ਪਲਾਂਟ ਵੀ ਲੱਗਦਾ ਅਰਬਨਾਈਜ਼ ਸੈਕਟਰ ਦੇ ਵਿੱਚ ਤੇ ਉਹਦੇ ਵਾਸਤੇ ਕਿੰਨੀ ਕੁ ਜ਼ਮੀਨ ਦੀ ਲੋੜ, ਕਿੰਨੀ ਕੁ ਪਊਗੀ ਇਹਦੇ ਮੁਕਾਬਲੇ? ਸਾਡੀ ਇੱਕ ਮਸ਼ੀਨ ਨੂੰ ਕੇਵਲ 3 ਸਕੁਆਇਰ ਮੀਟਰ ਜਗ੍ਹਾ ਚਾਹੀਦੀ ਹੁੰਦੀ ਹੈ, ਜਿਹੜੀ ਹੁਣ ਲੱਗ ਰਹੀ ਹੈ, ਜਿਹੜੀ ਹਾਲੇ ਲੱਗ ਰਹੀ ਹੈ. ਜਿਹੜੀ ਵੱਡੀਆਂ ਮਸ਼ੀਨਾਂ ਵੀ ਨੇ ਉਹਦੇ 'ਚ ਮੈਕਸਿਮਮ 10 ਸਕੁਆਇਰ ਮੀਟਰ ਜਗ੍ਹਾ ਚਾਹੀਦੀ ਹੈ, ਔਰ ਜਿਹੜੇ ਵੱਡੇ ਪਲਾਂਟ ਨੇ ਉੱਥੇ ਹੋ ਸਕਦਾ ਮੈਨੂੰ 4-5 ਮਸ਼ੀਨਾਂ ਡਿਫਰੈਂਟ ਲੋਕੇਸ਼ਨ 'ਤੇ ਲਾਣੀਆਂ ਪੈਣ, ਔਰ ਉਹਦੇ ਹਿਸਾਬ ਨਾਲ ਮੈਂ ਦੇਖਾਂ ਤੇ ਅਗਰ 5 ਮਸ਼ੀਨਾਂ ਵੀ ਲੱਗਦੀਆਂ ਨੇ 240 ਕਿਊਬਿਕ ਮੀਟਰ ਵਾਲੀਆਂ, ਤੇ ਆਪਾਂ ਇਹ ਸਮਝ ਲਓ 10 ਕਿਊਬਿਕ ਮੀਟਰ ਇੱਕ ਤੇ 40 ਕਿਊਬਿਕ ਮੀਟਰ 40 ਸਕੁਆਇਰ ਮੀਟਰ, that is only land required. So this is a revolution actually in hand. ਤੇ ਇਹ ਦੱਸੋ ਕਿ
ਪੰਜਾਬ ਦੇ ਵਿੱਚ ਕਿੰਨੇ ਕੁ ਨਹਿਰ ਨਾਲੇ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਇਹ ਪਲੱਗ ਇਨ ਕੀਤਾ ਜਾਣਾ ਜ਼ਰੂਰੀ ਹੈ, ਤੇ ਆਲ ਓਵਰ ਇੰਡੀਆ ਇਹ ਕਿੰਨੇ ਹੋਣਗੇ? ਯਮੁਨਾ ਦੀ ਗੱਲ ਚੱਲਦੀ ਹੈ, ਗੰਗਾ ਦੀ ਗੱਲ ਚੱਲਦੀ ਹੈ, ਇੰਨੇ ਵੱਡੇ ਵੱਡੇ ਪ੍ਰੋਜੈਕਟ ਹਜ਼ਾਰਾਂ ਕਰੋੜ ਰੁਪਏ ਸਾਲਾਂ ਬੱਧੀ ਖਰਚ ਕਰ ਰਹੇ ਨੇ, ਕੋਈ ਸੋਲੂਸ਼ਨ ਨਹੀਂ। ਇਹਦੇ ਵਾਸਤੇ ਵੀ ਕੀ ਹੈ ਨੈਨੋ ਬਬਲ ਟੈਕਨੋਲੋਜੀ ਯੂਜ਼ ਹੋ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ? ਸੋ ਪੰਜਾਬ ਵਿੱਚ 12,000 ਚੋ ਹੈਗੇ ਨੇ, 12,000 ਔਰ ਸਾਰੇ ਪੋਲਿਊਟਡ ਨੇ। ਸਾਰਿਆਂ ਦੇ ਵਿੱਚ ਵਿਲੇजेस ਦਾ ਉਹ ਜਿਹੜਾ ਵੇਸਟ ਹੈ ਉਹ ਆਉਂਦਾ ਹੀ ਆਉਂਦਾ ਹੈ। ਸੋ this cost effective technology will help in situ treatment remediation of this sewage, and this will ultimately help farmers in getting the oxygen enriched water for their agriculture purposes. In addition to that, ਪੂਰੇ ਜਿਹੜੇ villages ਦੀ ਸਿਹਤ ਹੈ ਉਹਨਾਂ ਨੂੰ ਜਦ ਆਪਣੇ ਇਨਵਾਇਰਮੈਂਟ ਵਿੱਚ ਸਾਫ਼ ਪਾਣੀ ਮਿਲੇਗਾ ਉਹ ਸਿਹਤ 'ਤੇ ਵੀ ਬੜਾ ਇੰਪੈਕਟ ਆਉਣਾ ਹੈ। ਜਿਹੜੇ ਅਰਬਨ ਏਰੀਆਜ਼ ਨੇ, ਅਰਬਨ ਏਰੀਆ ਇਜ਼ not only for sewage treatment, even for drinking water. ਅਗਰ ਡਰਿੰਕਿੰਗ ਵਾਟਰ ਵਿੱਚ ਵੀ ਇਹ ਲੋਕ ਕਾਫੀ ਕਲੋਰੀਨ ਇਸਤੇਮਾਲ ਕਰਦੇ ਨੇ, ਉਹਦੀ ਵਾਟਰ ਟ੍ਰੀਟਮੈਂਟ ਪਲਾਂਟਸ ਲਾਏ ਹੈ, ਕਰੋੜਾਂ ਰੁਪਏ ਉਹਨਾਂ ਪਰ ਵੀ ਖਰਚ ਕਰਦੇ ਨੇ। ਉੱਥੇ ਵੀ ਸਾਡਾ ਜਿਹੜਾ ਨੈਕਸਟ ਟਾਰਗੇਟ ਹੈ ਉਹ ਅਗਰ ਅਸੀਂ ਜਿੱਥੋਂ ਪਾਣੀ ਸਪਲਾਈ ਆ ਰਹੀ ਹੈ, ਜਿਵੇਂ ਫਰਜ਼ ਕਰੋ ਵੀ ਸਾਡੇ ਕਜੌਲੀ ਤੋਂ ਆ ਰਿਹਾ ਪਾਣੀ, ਕਜੌਲੀ ਤੋਂ ਆ ਰਿਹਾ, ਉਸ ਜਗ੍ਹਾ 'ਤੇ ਜਾ ਕੇ ਵੀ ਵੀ ਵਿਲ ਇੰਸਟਾਲ ਥੀਸ ਮਸ਼ੀਨਸ, ਸੋ ਪਬਲਿਕ ਵਿਲ ਗੈਟ ਜਿਹਨੂੰ ਆਪਾਂ ਕਹਿੰਦੇ ਨਾ ਟੈਪ ਵਾਟਰ, ਜੋ ਆਪਾਂ ਯੂਰਪ ਜਾਈਏ ਉੱਥੇ ਟੈਪ ਵਾਟਰ ਯੂਜ਼ ਕਰਦੇ ਨੇ, ਦੇ ਗਿਵ ਯੂ ਓਨਲੀ 1 ਗਲਾਸ, ਪੋਰਟੇਬਲ ਹੁੰਦਾ ਉਹ, ਮਤਲਬ ਉਹਨੂੰ ਆਪਾਂ ਪੋਰਟੇਬਲ ਕਹਿੰਦੇ ਆ, ਬਿਲਕੁਲ ਪੀ ਸਕਦੇ ਹਾਂ। ਸੋ ਆਈ ਥਿੰਕ ਦਿਸ ਮਸ਼ੀਨ, ਦਿਸ ਟੈਕਨੋਲੋਜੀ ਕੈਨ ਸਰਟਨਲੀ ਮੇਕ ਦਿਸ ਪੋਸੀਬਲ ਇਨ ਇੰਡੀਅਨ ਕੰਡੀਸ਼ਨ, ਕਿ ਅਸੀਂ ਲੋਕੀ ਬੜੇ ਖੁਸ਼ ਹੋ ਕੇ ਪਾਣੀ ਜਿਹੜਾ ਆਪਣੇ ਕੋਲ ਵਾਟਰ ਸਪਲਾਈ ਆ ਰਹੀ ਹੈ ਉਹਨੂੰ ਪੀ ਸਕਣਗੇ। ਕੁਝ ਕੰਡੀਸ਼ਨਸ ਇਹੋ ਜਿਹੀਆਂ ਨੇ ਹਿੰਦੁਸਤਾਨ ਦੀਆਂ ਜਿੱਥੇ ਲੀਕੇਜ ਵਗੈਰਾ ਹੁੰਦੀ ਹੈ, ਉੱਥੇ ਕਈ ਵਾਰੀ ਇਹ ਸਸਟੇਨੇਬਲ ਨਹੀਂ ਵੀ ਹੋਏਗਾ, ਲੇਕਿਨ 90% ਪਲੇਸਿਸ ਇਟ ਵਿਲ ਬੀ ਇਫੈਕਟਿਵ। ਦੇਰ ਵਿਲ ਬੀ ਅ ਲੋਟ ਆਫ ਲਰਨਿੰਗ ਅਲੋਂਗ ਦਾ ਵੇ ਕਿ ਇਹਦੇ ਨਾਲ ਕਿਤੇ ਕਿਤੇ ਲੀਕੇਜ ਬ੍ਰੇਕ ਉਹਨੂੰ ਕਵਰ ਕਰਨ ਦੀ ਜ਼ਰੂਰਤ ਹੈਗੀ ਹੈ, ਐਂਡ ਹਾਊ ਟੂ ਰਿਲੀਜ਼ ਨਾਨੋ ਬਬਲਸ ਇਨਟੂ ਦੈਟ ਸਿਸਟਮ, we'll have to design all this. This still has to be experiments to be done, but fundamentally research ਬਥੇਰੀ ਹੋ ਚੁੱਕੀ ਹੈ ਇਹਦੇ ਉੱਤੇ ਕਿ for drinking water it is the best solution to replace chlorine. We don't need chlorination any further. ਜਿਹੜੀ ਇੰਨੀ ਕਲੋਰੀਨ ਯੂਜ਼ ਹੋ ਰਹੀ ਹੈ, ਪਿੱਛੇ ਇੱਕ ਕਲੋਰੀਨ ਦਾ ਪੁਰਾਣਾ 20 ਸਾਲ ਪੁਰਾਣਾ ਇੱਕ ਗੈਸ ਸਿਲੰਡਰ ਜਿਹੜੇ ਪੁਰਾਣੇ ਟਾਈਪ ਦੇ ਉਹ ਲੀਕ ਹੋਇਆ ਤੇ ਬਲੌਂਗੀ ਵਿੱਚ ਕਈ ਬੰਦੇ ਬਿਮਾਰ ਵੀ ਹੋਏ। ਸੋ ਇਹਦੇ ਇਲਾਵਾ ਵੀ ਇਹਦੀ ਸਾਡੀ ਜਿਹੜੀ ਮਸ਼ੀਨ ਹੈ ਅਸੀਂ PAU ਨੂੰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਦਿੱਤੀ ਹੋਈ ਸੀਗੀ, ਔਰ ਦੇ ਵਰ ਯੂਜ਼ਿੰਗ ਇਟ ਟੂ ਐਕਸਪੈਰੀਮੈਂਟ ਵਿਦ ਇਰੀਗੇਟਿੰਗ ਵੀਟ, ਸਪਿਨਚ ਐਂਡ ਕੌਰਨ, ਔਰ ਉਹਦੇ ਰਿਜ਼ਲਟਸ ਵੀ ਬੜੀ ਜਲਦੀ ਸਾਹਮਣੇ ਆਉਣਗੇ। ਸੋ ਔਰ ਸਾਡੇ ਜਿਹੜਾ ਉਸ ਤੋਂ ਇਲਾਵਾ ਜਿਹੜਾ ਟਾਰਗੇਟ ਹੈ, ਜਿਹੜਾ ਆਪਾਂ ਬੁੱਢਣ ਨਾਲਾ ਦੀ ਗੱਲ ਕਰਦੇ ਹਾਂ, ਅਤੇ ਅਸੀਂ ਜਿਵੇਂ ਇਨ ਸੇਤੂ ਵਿਲੇजेस ਦਾ ਸੀਵੇਜ ਆਪਾਂ ਟਰੀਟ ਕਰ ਰਹੇ ਹਾਂ, ਉਸੇ ਤਰ੍ਹਾਂ ਇੰਡਸਟਰੀ ਨੂੰ ਅਸੀਂ ਜ਼ੀਰੋ ਡਿਸਚਾਰਜ ਵਾਲੇ ਪਾਸੇ ਲੈ ਕੇ ਜਾਵਾਂਗੇ। ਸਾਨੂੰ ਆਲਰੇਡੀ ਸ਼੍ਰੇਆਂਸ਼ ਇੰਡਸਟਰੀ ਜਿਹੜੇ ਪੇਪਰ ਮਿਲ ਹੈਗੀਆਂ ਨੇ, ਉਹਨਾਂ ਨੇ ਸਾਨੂੰ ਇੱਕ ਕੰਟਰੈਕਟ ਸਾਡੇ ਨਾਲ ਐਗਰੀ ਕੀਤਾ ਹੈ, ਜਿਹਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ETPs ਹੈਗੇ ਨੇ ਉਹਦੇ ਵਿੱਚ ਆਪਣੀ ਨੈਨੋਬਬਲ ਟੈਕਨੋਲੋਜੀ ਇਸਤੇਮਾਲ ਕਰਕੇ ਉਹਦਾ ਟਰੀਟਮੈਂਟ ਕਰਾਂਗੇ। ਉਹਦੇ ਨਾਲ ਸਾਨੂੰ ਨਾਟ ਓਨਲੀ ਕਿ ਉਹਨਾਂ ਦੀ ਕਾਸਟ ਸੇਵਿੰਗ ਹੋਏਗੀ, ਬਲਕਿ ਉੱਥੋਂ ਜਿਹੜਾ ਪਾਣੀ ਡਿਸਚਾਰਜ ਹੋਏਗਾ ਅਗੇਨ ਫॉर द ਐਗਰੀਕਲਚਰ ਇਟ ਵਿਲ ਬੀ ਸਸਟੇਨੇਬਲ। ਸੋ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਇੰਡਸਟਰੀ ਤੋਂ ਘੱਟੋ ਘੱਟ ਡਿਸਚਾਰਜ ਜਿਹੜਾ ਕਿ ਮੇਨ ਪਲਾਂਟ ਵਿੱਚ ਜਿਹੜਾ ਟਰੀਟ ਹੋ ਰਿਹਾ ਹੈ ਉਹਦੀ ਟ੍ਰੇਸਿਸ ਹੀ ਨਾ ਜਾਣ। ਸਾਡਾ ਉਸ ਤਰਫ ਇੱਕ ਕਦਮ ਆਲਰੇਡੀ ਉਹਦੇ ਵੀ ਸਾਡੇ ਨਾਲ IIT ਰੋਪੜ ਵਾਲੇ they are partner with us. Rab Rakha, this is a turning point for treatment of water, or fortunately we have some wonderful officers who are involved with the bureaucracy here in Punjab, ਜਿਹੜੇ ਕਿ aggressively ਇਸ ਨੂੰ ਅੱਗੇ ਲੈ ਕੇ ਜਾ ਰਹੇ ਨੇ, ਔਰ ਉਹਨਾਂ ਦੀ ਉਹ ਜਿਹੜੀ ਸਪੋਰਟ ਹੈ ਔਰ ਉਹਨਾਂ ਦੀ ਜਿਹੜੀ ਉਮੀਦਾਂ ਨੇ, ਉਹ ਮੈਨੂੰ ਇਹ ਲੱਗ ਰਿਹਾ ਕਿ ਪੰਜਾਬ ਵਿੱਚ ਬੜਾ ਵੱਡਾ ਰਿਵੋਲੂਸ਼ਨ ਜਨਰੇਟ ਕਰਨਗੀਆਂ।
ਇਹ ਸਨ ਸਰਦਾਰ ਜਗਜੀਤ ਸਿੰਘ। ਰੂਰਲ ਲੈਵਲ ਤੇ ਪਾਣੀ ਦੇ ਟ੍ਰੀਟਮੈਂਟ, ਸੀਵਰੇਜ ਟ੍ਰੀਟਮੈਂਟ ਵਾਸਤੇ ਇੱਕ ਕਦਮ ਪੰਜਾਬ ਨੇ ਅੱਗੇ ਪੱਟ ਲਿਆ ਥੈਂਕਸ ਟੂ PPCB, ਤੇ ਇਹ ਹੁਣ ਛੇਤੀ ਹੀ ਅਰਬਨਾਈਜ਼ ਸੈਕਟਰ ਵਿੱਚ ਆਵੇ, ਇੰਡਸਟਰੀਅਲ ਜਿਹੜਾ ਐਫਲੂਐਂਟ ਹੈ ਉਹਦੇ ਟ੍ਰੀਟਮੈਂਟ ਵਿੱਚ ਆਵੇ। ਅਸੀਂ ਇਹ ਆਸ ਕਰਦੇ ਹਾਂ ਕਿ ਪੰਜਾਬ ਸਾਡਾ ਜਿਹੜਾ ਹੈ ਇਹ ਘੱਟੋ ਘੱਟ ਪਾਣੀ ਦੇ ਰੋਗਾਂ ਤੋਂ, ਜਿਹੜੀ ਇਹ ਸੀਵਰੇਜ ਕਰਕੇ ਐਫਲੂਐਂਟ ਕਰਕੇ ਹੈ, ਇਹ ਮੁਕਤ ਹੋ ਜਾਏਗਾ ਸਦਾ ਲਈ। ਧੰਨਵਾਦ ਤੁਹਾਡਾ ਸਾਰਿਆਂ ਦਾ।